ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਤੋਂ तमाम ਵੱਡੀਆਂ ਜਿਹੜੀਆਂ ਖਬਰਾਂ ਅੱਜ ਦਾ ਦਿਨ ਸਾਹਮਣੇ ਆਈਆਂ ਨੇ। ਟੈਕਸਸ ਦੇ ਸਕੂਲ ਵਿੱਚ ਜੋ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਆਫੀਸ਼ੀਅਲਸ ਲਗਾਤਾਰ ਇਸ ਬਾਰੇ ਅਪਡੇਟ ਸਾਂਝੀ ਕਰ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਜਿਸ 18 ਸਾਲਾ ਲੜਕੇ ਵੱਲੋਂ ਇੱਥੇ ਗੋਲੀਆਂ ਚਲਾਈਆਂ ਗਈਆਂ, ਪਹਿਲਾਂ ਤਾਂ ਉਸਨੇ ਆਪਣੀ ਦਾਦੀ ਨੂੰ ਗੋਲੀ ਮਾਰੀ ਤੇ ਉਸਨੇ ਫੇਸਬੁੱਕ ਦੇ ਉੱਪਰ ਇੱਕ ਵਾਰਨਿੰਗ ਜਾਣੀ ਕਿ ਸੁਨੇਹਾ ਭੇਜਿਆ ਹੋਇਆ ਸੀ, ਜਿਸ ਬਾਰੇ ਵੀ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ। ਸਕੂਲ ਵਿੱਚ ਗੋਲੀਆਂ ਚਲਾਉਣ ਤੋਂ ਪਹਿਲਾਂ ਇਸਨੇ ਫੇਸਬੁੱਕ ਦੇ ਉੱਪਰ ਇੱਕ ਮੈਸੇਜ ਕੀਤਾ, ਜਿਸ ਵਿੱਚ ਲਿਖਿਆ ਕਿ ਉਹ ਸਕੂਲ ਵਿੱਚ ਗੋਲੀਆਂ ਚਲਾਉਣ ਜਾ ਰਿਹਾ ਹੈ। ਦਾਦੀ ਦੇ ਗੋਲੀ ਮਾਰਨ ਤੋਂ ਪਹਿਲਾਂ ਵੀ ਉਸਨੇ ਇਸੇ ਤਰ੍ਹਾਂ ਦਾ ਸੁਨੇਹਾ ਫੇਸਬੁੱਕ ਦੇ ਉੱਪਰ ਲਿਖਿਆ ਤੇ ਗੋਲੀ ਮਾਰਨ ਤੋਂ ਬਾਅਦ ਵੀ ਉਹ ਇੱਕ ਸੁਨੇਹਾ ਲਿਖਦਾ ਹੋਇਆ ਦਿਖਾਈ ਦਿੱਤਾ। ਹੁਣ ਤੱਕ ਇਸ ਬਾਰੇ ਕੀ ਅਪਡੇਟ ਸਾਹਮਣੇ ਆਈ ਹੈ, ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਵਿੱਚ। ਟੈਕਸਸ ਦੇ ਸਕੂਲ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ, ਜਿੱਥੇ ਪਤਾ ਚੱਲਿਆ ਕਿ ਗੋਲੀਆਂ ਚਲਾਉਣ ਵਾਲੇ ਨੇ ਫੇਸਬੁੱਕ ਤੇ ਇੱਕ ਸੁਨੇਹਾ ਲਿਖਿਆ ਸੀ ਕਿ ਉਹ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚਲਾਉਣ ਜਾ ਰਿਹਾ ਹੈ। ਇਸ ਬਾਰੇ ਹੁਣ ਆਫੀਸ਼ੀਅਲਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੀ ਹਾਂ, 21 ਜਾਣਿਆਂ ਦੀ ਮੌਤ ਦੇ ਜ਼ਿੰਮੇਵਾਰ ਸ਼ੂਟਰ ਵੱਲੋਂ ਫੇਸਬੁੱਕ ਤੇ ਸੁਨੇਹਾ ਲਿਖਿਆ ਗਿਆ ਸੀ ਕਿ ਉਹ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚਲਾਉਣ ਜਾ ਰਿਹਾ ਹੈ। ਇਹ ਸੁਨੇਹਾ ਉਸਨੇ ਕਲਾਸਰੂਮ ਵਿੱਚ ਆਪਣੇ ਆਪ ਨੂੰ ਬੰਦ ਕਰਨ ਦੇ 15 ਮਿੰਟ ਪਹਿਲਾਂ ਲਿਖਿਆ। ਇਸ ਸ਼ੂਟਰ ਦਾ ਨਾਮ ਸੈਲਵਾਡੋਰ ਰੈਮੋਸ ਦੇ ਤੌਰ ਉੱਪਰ ਦੱਸਿਆ ਗਿਆ, ਜਿਸ ਦੀ ਉਮਰ 18 ਸਾਲ ਦੇ ਕਰੀਬ ਹੈ। ਇਸ ਤੋਂ ਇਲਾਵਾ ਫੇਸਬੁੱਕ ਤੇ ਉਸਨੇ 2 ਹੋਰ ਮੈਸੇजेस ਲਿਖੇ ਸਨ, ਜਿਸ ਵਿੱਚ ਉਸਨੇ ਕਿਹਾ ਕਿ ਮੈਂ ਆਪਣੀ ਦਾਦੀ ਨੂੰ ਗੋਲੀ ਮਾਰਨ ਜਾ ਰਿਹਾ ਹਾਂ। ਫਿਰ ਉਹ ਲਿਖਦਾ ਹੈ ਕਿ ਮੈਂ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ। ਇਨ੍ਹਾਂ ਸੁਨੇਹਾਂ ਬਾਰੇ ਮੈਟਾ ਦੇ ਸਪੋਕਸਪਰਸਨ ਵੱਲੋਂ ਦੱਸਿਆ ਗਿਆ ਕਿ ਇਹ ਵਾਰਨਿੰਗ ਉਸਨੇ ਪ੍ਰਾਈਵੇਟ 1-to-1 ਟੈਕਸਟ ਮੈਸੇजेस ਵਿੱਚ ਲਿਖੀ, ਜੋ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਹਨਾਂ ਨੂੰ ਮਿਲੀ। ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚਲਾਉਣ ਵਾਲੇ ਰੈਮੋਸ ਨੇ ਆਪਣੀ ਦਾਦੀ ਦੇ ਚਿਹਰੇ ਤੇ ਗੋਲੀ ਮਾਰੀ ਤੇ ਬਾਅਦ ਵਿੱਚ ਉਹ ਐਲੀਮੈਂਟਰੀ ਸਕੂਲ ਵੱਲ ਚਲਾ ਗਿਆ। ਉਸ ਦੀ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸਨੇ ਇੱਕ ਰਾਈਫਲ ਵੀ ਆਪਣੇ ਨਾਲ ਕੈਰੀ ਕੀਤੀ ਹੋਈ ਸੀ। ਕੁਝ ਮੀਡੀਆ ਰਿਪੋਰਟਸ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਨ੍ਹਾਂ ਉੱਪਰ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚਲਾਈਆਂ ਗਈਆਂ, ਉਹ ਸਾਰੇ ਪੀੜਤ ਇੱਕੋ ਹੀ ਕਲਾਸਰੂਮ ਵਿੱਚ ਮੌਜੂਦ ਸਨ। ਸ਼ੂਟਰ ਕਲਾਸਰੂਮ ਵਿੱਚ ਦਾਖਲ ਹੋਇਆ ਤੇ ਉਸਨੇ ਆਪਣੇ ਆਪ ਨੂੰ ਕਲਾਸਰੂਮ ਵਿੱਚ ਬੰਦ ਕਰ ਲਿਆ ਤੇ ਫਿਰ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਦੀ ਘਟਨਾ ਨੇ ਕਈ ਮਾਸੂਮਾਂ ਦੀ ਜਾਨ ਲੈ ਲਈ, ਜਿਨ੍ਹਾਂ ਦੇ ਮਾਂ-ਬਾਪ ਹੁਣ ਰੋਂਦੇ ਵਿਲਕਦੇ ਦਿਖਾਈ ਦੇ ਰਹੇ ਨੇ। ਇਸ ਸ਼ੂਟਰ ਨੇ ਹਰ ਉਸ ਸ਼ਖਸ ਨੂੰ ਗੋਲੀ ਮਾਰੀ ਜੋ ਉਸਦੇ ਰਾਹ ਵਿੱਚ ਆਇਆ। ਪੀੜਤ ਬੱਚਿਆਂ ਦੇ ਮਾਂ-ਬਾਪ ਲਗਾਤਾਰ ਆਪਣਾ ਦਰਦ ਸਾਂਝਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਲਗਾਤਾਰ ਸਮੇਂ-ਸਮੇਂ ਤੇ ਆਫੀਸ਼ੀਅਲਸ ਵੱਲੋਂ ਇਸ ਮਾਮਲੇ ਦੀ ਅਪਡੇਟ ਸਾਂਝੀ ਕੀਤੀ ਜਾ ਰਹੀ ਹੈ। ਜਿਵੇਂ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਕੁਝ ਪਤਾ ਚੱਲਦਾ ਹੈ ਤੇ ਉਹਨਾਂ ਵੱਲੋਂ ਇਹ ਆਮ ਲੋਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇੱਥੇ ਇਸ ਗਨਮੈਨ ਵੱਲੋਂ ਗੋਲੀਆਂ ਕਿਉਂ ਚਲਾਈਆਂ ਗਈਆਂ। ਇਸ ਦੇ ਪਿੱਛੇ ਦਾ ਕਾਰਨ ਅਜੇ ਵੀ ਉਹਨਾਂ ਵੱਲੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ, ਜਿਸ ਤੋਂ ਬਾਅਦ ਹਰ ਕੋਈ ਭਾਵੁਕ ਹੋ ਗਿਆ। ਇੱਥੇ ਸਕੂਲ ਵਿੱਚ ਗੋਲੀਆਂ ਚੱਲੀਆਂ ਤੇ ਗੋਲੀਆਂ ਚੱਲਣ ਕਾਰਨ 21 ਦੀ ਮੌਤ ਹੋ ਗਈ। 18 ਸਾਲ ਦੇ ਲੜਕੇ ਵੱਲੋਂ ਸਕੂਲ ਵਿੱਚ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ। ਉਹ ਕਹਿੰਦੇ ਨੇ ਕਿ ਇਹ ਵੇਲਾ ਆ ਗਿਆ ਕਿ ਐਕਸ਼ਨ ਲਿਆ ਜਾਵੇ। ਪਹਿਲਾਂ ਤੇ ਤੁਹਾਨੂੰ ਇਸ ਖਬਰ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਹੁਣ ਤੱਕ ਇਸ ਗੋਲੀਬਾਰੀ ਦੀ ਘਟਨਾ ਬਾਰੇ ਕੀ ਅਪਡੇਟ ਸਾਹਮਣੇ ਆਈ ਤੇ ਵੱਖ-ਵੱਖ ਜਿਹੜੇ ਵੱਡੇ ਲੀਡਰਸ ਨੇ ਉਹਨਾਂ ਵੱਲੋਂ ਇਸ ਬਾਰੇ ਕੀ ਕਿਹਾ ਗਿਆ। ਅਮਰੀਕਾ ਦੇ ਇੱਕ ਸਕੂਲ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ। ਟੈਕਸਸ ਦੇ ਸਕੂਲ ਵਿੱਚ ਗੋਲੀਬਾਰੀ ਹੋਈ, ਜਿਸ ਕਾਰਨ 21 ਲੋਕਾਂ ਦੀ ਜਾਨ ਚਲੀ ਗਈ। ਜਿਹੜੇ 21 ਜਾਣਿਆਂ ਦੀ ਜਾਨ ਚਲੀ ਗਈ, ਉਹਨਾਂ ਵਿੱਚ 18 ਬੱਚੇ ਸ਼ਾਮਲ ਸਨ। ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਹੁਣ ਕਈ ਵੱਡੇ ਲੀਡਰਸ ਦਾ ਬਿਆਨ ਸਾਹਮਣੇ ਆਇਆ। ਅਮਰੀਕਾ ਦੇ ਰਾਸ਼ਟਰਪਤੀ ਐਕਸ਼ਨ ਲੈਣ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਇਸ ਘਟਨਾ ਤੋਂ ਬਾਅਦ ਦਿਲ ਟੁੱਟਾ ਹੈ। ਇਹ ਘਟਨਾ ਟੈਕਸਸ ਦੇ ਓਵਾਲਡੇ ਸ਼ਹਿਰ ਨਾਲ ਸੰਬੰਧਿਤ ਦੱਸੀ ਗਈ, ਜਿੱਥੇ ਰੌਬ ਐਲੀਮੈਂਟਰੀ ਸਕੂਲ ਵਿੱਚ 24 ਮਈ ਨੂੰ ਦੁਪਹਿਰ ਦੇ ਵੇਲੇ ਇੱਕ ਵਿਅਕਤੀ ਕੈਂਪਸ ਵਿੱਚ ਦਾਖਲ ਹੋ ਗਿਆ ਤੇ ਫਿਰ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੂਸਰੀ, ਤੀਸਰੀ ਅਤੇ ਚੌਥੀ ਕਲਾਸ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਤੇ ਇਸਨੇ ਗੋਲੀਆਂ ਚਲਾਈਆਂ। ਇਨ੍ਹਾਂ ਬੱਚਿਆਂ ਦੀ ਉਮਰ 7 ਤੋਂ 10 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਜਿਸ ਸ਼ਖਸ ਨੇ ਇਸ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ, ਉਸ ਦਾ ਨਾਮ ਵੀ ਜਨਤਕ ਕਰ ਦਿੱਤਾ ਗਿਆ। ਇਸ ਦਾ ਨਾਮ ਸੈਲਵਾਡੋਰ ਰੈਮੋਸ ਦੇ ਤੌਰ ਦੇ ਉੱਪਰ ਦੱਸਿਆ ਗਿਆ, ਜਿਸ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਖਬਰ ਇਹ ਵੀ ਸਾਹਮਣੇ ਆਈ ਹੈ ਕਿ ਗੋਲੀਆਂ ਚਲਾਉਣ ਵਾਲਾ ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਮਾਰਿਆ ਗਿਆ। ਇਸ ਘਟਨਾ ਵਿੱਚ 2 ਪੁਲਿਸ ਕਰਮਚਾਰੀ ਵੀ ਜ਼ਖਮੀ ਦੱਸੇ ਗਏ। ਦੱਸਿਆ ਗਿਆ ਹੈ ਕਿ ਹਮਲਾਵਰ ਨੇ ਹੀ ਇਸ ਪੂਰੀ ਘਟਨਾ ਨੂੰ ਇਕੱਲੇ ਅੰਜਾਮ ਦਿੱਤਾ। ਹਮਲਾ ਕਰਨ ਵੇਲੇ ਇਸ ਨੌਜਵਾਨ ਨੇ ਆਪਣੀ ਗੱਡੀ ਸਕੂਲ ਦੇ ਬਾਹਰ ਹੀ ਛੱਡ ਦਿੱਤੀ ਅਤੇ ਫਿਰ ਸਕੂਲ ਵਿੱਚ ਹੈਂਡਗਨ ਲੈ ਕੇ ਦਾਖਲ ਹੋ ਗਿਆ। ਕੁਝ ਰਿਪੋਰਟਸ ਤੋਂ ਇਹ ਵੀ ਪਤਾ ਚੱਲਿਆ ਕਿ ਇਸ ਹਮਲਾਵਰ ਕੋਲ ਰਾਈਫਲ ਵੀ ਸੀ।
ਪਰ ਪੁਲਿਸ ਵੱਲੋਂ ਅਜੇ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹੁਣ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਘਟਨਾ ਦੇ ਉੱਪਰ ਸ਼ੋਕ ਜਤਾਇਆ। ਉਨ੍ਹਾਂ ਵੱਲੋਂ ਵਾਈਟ ਹਾਊਸ ਅਤੇ ਹੋਰ ਕਈ ਥਾਵਾਂ ਤੇ ਅਮਰੀਕਾ ਦੇ ਝੰਡੇ ਅੱਧੇ ਝੁਕਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਆਪਣੇ ਵਿਚਾਰ ਸਾਂਝੇ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਗੋਲੀਬਾਰੀ ਦੇ ਪੀੜਤਾਂ ਦੇ ਸਨਮਾਨ ਵਿੱਚ 28 ਮਈ ਤੱਕ ਅਮਰੀਕਾ ਦਾ ਝੰਡਾ ਵਾਈਟ ਹਾਊਸ ਅਤੇ ਹੋਰ ਸਰਕਾਰੀ ਇਮਾਰਤਾਂ ਤੇ ਅੱਧਾ ਝੁਕਾਇਆ ਜਾਵੇਗਾ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਕਿ ਐਕਸ਼ਨ ਲਿਆ ਜਾਵੇ। ਰਾਸ਼ਟਰਪਤੀ ਜੋ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਇਸ ਘਟਨਾ ਦੇ ਬਾਰੇ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Little children who witness what happened see their friends die as if they're on a battlefield, for God's sake. They'll live with it the rest of their lives. There's a lot we don't know yet. There's a lot we do know. The parents who will never see their child again, never have them jump in bed and cuddle with them. Parents who will never be the same. To lose a child is like having a piece of your soul ripped away. There's a hollowness in your chest. You feel like you're being sucked into it and never going to be able to get out. Suffocating. And it's never quite the same. It's a feeling shared by the siblings and the grandparents and the family members and the community that's left behind. Scripture says, Jill and I have talked about this in different contexts, in other contexts. The Lord is near to the brokenhearted and saves the crushed in spirit. So many crushed spirits. So tonight, I ask the nation to pray for them, to give the parents and siblings the strength in the darkness they feel right now. As a nation, we have to ask, when in God's name are we going to stand up to the gun lobby? When in God's name we do what we all know in our gut needs to be done? Enough is enough. As a nation, we have to have the courage to take action and understand the nexus between what makes for reasonable and sensible public policy to ensure something like this never happens again. ਟੈਕਸਸ ਦੇ ਸਕੂਲ ਤੋਂ ਜੋ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਬਾਰੇ ਵੱਡਾ ਬਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਇਹ ਖਬਰ ਸੁਣ ਕੇ ਮੇਰਾ ਦਿਲ ਟੁੱਟ ਗਿਆ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਇਸ ਬਾਰੇ ਬਿਆਨ ਦਿੱਤਾ ਗਿਆ। ਉਹਨਾਂ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ। ਟੈਕਸਸ ਦੇ ਸਕੂਲ ਵਿੱਚ ਜੋ ਗੋਲੀਬਾਰੀ ਹੋਈ ਹੈ ਉਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਦਾ ਦਿਲ ਟੁੱਟ ਗਿਆ। ਦਰਅਸਲ ਟੈਕਸਸ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚੱਲੀਆਂ ਜਿਸ ਕਾਰਨ 21 ਜਾਣਿਆਂ ਦੀ ਜਾਨ ਚਲੀ ਗਈ। ਇਸ ਵਿੱਚ 18 ਵਿਦਿਆਰਥੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਆਪਣੀ ਜਾਨ ਗਵਾ ਦਿੱਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਘਟਨਾ ਨੂੰ ਦਿਲ ਦਹਿਲਾਉਣ ਵਾਲੀ ਦੱਸਿਆ ਹੈ। ਉਹਨਾਂ ਕਿਹਾ ਕਿ ਜਿਹੜੇ ਵੀ ਇਸ ਘਟਨਾ ਨਾਲ ਜੁੜੇ ਹੋਏ ਪੀੜਤ ਨੇ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਕਿਉਂਕਿ ਇੱਕ ਘਟਨਾ ਨੇ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਐਡਾ ਵੱਡਾ ਬਦਲਾਵ ਕਰ ਦਿੱਤਾ। ਜਾਣਕਾਰੀ ਲਈ ਦੱਸ ਦਈਏ ਕਿ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਗੋਲੀਆਂ ਚੱਲੀਆਂ। ਜਿਸ ਸ਼ੂਟਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਉਮਰ 18 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇਸ ਸ਼ੂਟਰ ਦੀ ਮੌਤ ਹੋ ਚੁੱਕੀ ਹੈ। ਹੁਣ ਟੈਕਸਸ ਦੀ ਇਸ ਘਟਨਾ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਹੋਰ ਵੀ ਵੱਡੇ ਲੀਡਰਸ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਇਸ ਮਾਮਲੇ ਸੰਬੰਧੀ ਟਵੀਟ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਹਨਾਂ ਦਾ ਦਿਲ ਤੋੜ ਦਿੱਤਾ। ਬਲਾਕ ਕਿਬਕ ਦੇ ਲੀਡਰ ਵੱਲੋਂ ਵੀ ਇਸ ਮਾਮਲੇ ਦੀ ਨਿੰਦਾ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀ ਕਿਹਾ ਗਿਆ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। My heart breaks for those impacted by the horrific school shootings in Texas. There's the students, the parents, the teachers, the entire community have had their lives changed forever by this
unimaginable event. All of Canada grieves with our American friends in this terrible, terrible day. ਮੈਕਸੀਕੋ ਤੋਂ ਵਾਈਲਡ ਫਾਇਰ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਹਾਲਾਤ ਕਾਬੂ ਵਿੱਚ ਹੋ ਰਹੇ ਨੇ, ਕਿਉਂਕਿ ਇੱਥੇ ਜੋ ਬਰਸਾਤ ਹੋਈ ਹੈ ਤੇ ਜੋ ਬਰਫ਼ਬਾਰੀ ਹੋਈ ਉਸ ਕਾਰਨ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਨਿਊ ਮੈਕਸੀਕੋ ਦੇ ਵਿੱਚ ਇਸ ਸਮੇਂ ਜੋ ਜੰਗਲ ਦੀ ਅੱਗ ਫੈਲੀ ਹੋਈ ਹੈ ਉਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਜੰਗਲ ਦੀ ਅੱਗ ਤੇ ਕਾਬੂ ਪਿਆ ਹੈ। ਇੱਥੇ ਅੱਗ ਪਹਿਲਾਂ ਦੇ ਮੁਕਾਬਲੇ ਬਰਸਾਤ ਕਾਰਨ ਘੱਟ ਹੋਈ ਹੈ ਤੇ ਪਹਾੜੀ ਖੇਤਰ ਵਿੱਚ ਜੋ ਬਰਫ਼ਬਾਰੀ ਹੋਈ ਉਸ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ। ਕੁਝ ਥਾਵਾਂ ਵਾਸਤੇ ਜੋ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਸਨ ਉਹ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਹੋ ਗਏ ਨੇ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 3000 ਦੇ ਕਰੀਬ ਇਸ ਸਮੇਂ ਪਰਸਨ ਲੱਗੇ ਹੋਏ ਨੇ ਕਿ ਉਹਨਾਂ ਵੱਲੋਂ ਇਸ ਜੰਗਲ ਦੀ ਅੱਗ ਤੇ ਕਾਬੂ ਪਾਇਆ ਜਾਵੇ। ਮੌਜੂਦਾ ਸਮੇਂ ਇਹ 3,11,148 ਏਕੜ ਵਿੱਚ ਫੈਲੀ ਹੋਈ ਦੱਸੀ ਜਾ ਰਹੀ ਹੈ। US ਫੋਰੈਸਟ ਸਰਵਿਸ ਦੇ ਦੱਸਣ ਮੁਤਾਬਕ ਅਜੇ ਵੀ ਕੁਝ ਥਾਵਾਂ ਨੂੰ ਹਾਈ ਅਲਰਟ ਦੇ ਉੱਪਰ ਰੱਖਿਆ ਗਿਆ ਹੈ। ਫਾਇਰ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਵੱਲੋਂ ਆਪਣਾ ਕੰਮ ਕੀਤਾ ਜਾ ਰਿਹਾ ਹੈ ਕਿ ਜਲਦ ਇਸ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ ਜਾਵੇ ਤੇ ਉਹਨਾਂ ਨੂੰ ਉਮੀਦ ਹੈ ਕਿ ਜਲਦ ਉਹ ਅਜਿਹਾ ਕਰਨ ਵਿੱਚ ਕਾਮਯਾਬੀ ਹੋ ਜਾਣਗੇ। ਨੈਸ਼ਨਲ ਇੰਟੀਗ੍ਰੇਸੀ ਫਾਇਰ ਸੈਂਟਰ ਦੇ ਦੱਸਣ ਮੁਤਾਬਕ ਇਸ ਸਮੇਂ 9 ਵੱਡੀ ਐਕਟਿਵ ਫਾਇਰ ਲੱਗੀ ਹੋਈ ਹੈ। ਇਸ ਦਾ ਫੈਲਾਅ 5,70,817 ਏਕੜ ਵਿੱਚ ਦੱਸਿਆ ਜਾ ਰਿਹਾ ਹੈ, ਜੋ ਕਿ 5 ਸਟੇਟਸ ਬਾਰੇ ਦੱਸਿਆ ਗਿਆ। ਇਸ ਵਿੱਚ ਨਿਊ ਮੈਕਸੀਕੋ ਵੀ ਸ਼ਾਮਿਲ ਹੈ। ਇੱਕ ਵੱਡੀ ਅੱਗ ਐਰੀਜ਼ੋਨਾ ਵਿੱਚ ਵੀ ਲੱਗੀ ਹੋਈ ਹੈ। ਹੁਣ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 2022 ਤੱਕ 26,684 ਵਾਈਲਡ ਫਾਇਰਸ ਕਾਰਨ ਅਮਰੀਕਾ ਵਿੱਚ 17,80,488 ਏਕੜ ਜਲ ਚੁੱਕਿਆ ਹੈ। ਟੈਕਸਸ ਦੀ ਘਟਨਾ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਦਾ ਵੱਡਾ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਪੀੜਤਾਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਰੂਸ ਵੱਲੋਂ ਜੋ ਯੂਕਰੇਨ ਉੱਤੇ ਹਮਲਾ ਕੀਤਾ ਗਿਆ ਉਸ ਵਿੱਚ ਵੀ ਕਈ ਮਾਸੂਮਾਂ ਦੀ ਜਾਨ ਚਲੀ ਗਈ। ਹੁਣ ਕੀ ਕਹਿਣਾ ਹੈ ਉਹਨਾਂ ਦਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਟੈਕਸਸ ਤੋਂ ਜਿਹੜਾ ਭਿਆਨਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਉਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਵੱਲੋਂ ਇਸ ਘਟਨਾ ਉੱਪਰ ਆਪਣਾ ਦੁੱਖ ਸਾਂਝਾ ਕੀਤਾ ਗਿਆ। ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਅਮਰੀਕਾ ਦੇ ਸਕੂਲ ਵਿੱਚ ਜੋ ਮਾਸ ਸ਼ੂਟਿੰਗ ਹੋਈ ਉਸਨੇ ਕਈ ਮਾਸੂਮਾਂ ਦੀ ਜਾਨ ਲੈ ਲਈ। ਉਹਨਾਂ ਵੱਲੋਂ ਪੀੜਤਾਂ ਨਾਲ ਦਰਦ ਸਾਂਝਾ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਧਿਆਨ ਦਿਵਾਇਆ ਹੈ ਕਿ ਕਿਵੇਂ ਰੂਸ ਕਾਰਨ ਯੂਕਰੇਨ ਵਿੱਚ ਵੀ ਮਾਸੂਮਾਂ ਦੀ ਜਾਨ ਚਲੀ ਗਈ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਇੱਕ ਵੀਡੀਓ ਲਿੰਕ ਦੇ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ ਗਏ, ਜਿੱਥੇ ਉਹਨਾਂ ਨੇ ਇਸ ਘਟਨਾ ਤੋਂ ਬਾਅਦ ਆਪਣਾ ਪੱਖ ਸਾਂਝਾ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਘਟਨਾ ਨਾਲ ਜੁੜੇ ਹੋਏ ਸਾਰੇ ਪੀੜਤ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੈਂ ਦਰਦ ਸਾਂਝਾ ਕਰਦਾ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਰੂਸ ਵੱਲੋਂ ਜੋ ਯੂਕਰੇਨ ਉੱਪਰ ਹਮਲਾ ਕੀਤਾ ਗਿਆ ਹੁਣ ਤੱਕ ਇਸਨੇ 3,942 ਲੋਕਾਂ ਦੀ ਜਾਨ ਲੈ ਲਈ, ਜਿਸ ਵਿੱਚ 258 ਬੱਚੇ ਵੀ ਸ਼ਾਮਿਲ ਨੇ। ਉਹਨਾਂ ਕਿਹਾ ਕਿ ਅਸਲ ਅੰਕੜੇ ਇਸ ਤੋਂ ਕਿਤੇ ਵੱਧ ਹੋ ਸਕਦੇ ਨੇ। ਟੈਕਸਸ ਦੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਬਾਰੇ ਰਾਸ਼ਟਰਪਤੀ ਦਾ ਟਵੀਟ ਵੀ ਸਾਹਮਣੇ ਆਇਆ। ਜ਼ਿਕਰਯੋਗ ਹੈ ਕਿ ਟੈਕਸਸ ਦੇ ਸਕੂਲ ਵਿੱਚ ਭਿਆਨਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਨੇ 21 ਜਾਣਿਆਂ ਦੀ ਜਾਨ ਲੈ ਲਈ। ਇਸ ਵਿੱਚ 2 ਅਧਿਆਪਕ ਵੀ ਸ਼ਾਮਿਲ ਸਨ। ਇਸ ਘਟਨਾ ਨਾਲ ਜੁੜੇ ਹੋਏ ਸ਼ੂਟਰ ਦੀ ਉਮਰ 18 ਸਾਲ ਦੇ ਕਰੀਬ ਦੱਸੀ ਗਈ, ਜਿਸ ਨੇ ਪਹਿਲਾਂ ਤਾਂ ਆਪਣੀ ਦਾਦੀ ਨੂੰ ਗੋਲੀ ਮਾਰੀ ਤੇ ਬਾਅਦ ਵਿੱਚ ਉਸਨੇ ਆ ਕੇ ਸਕੂਲ ਵਿੱਚ ਗੋਲੀਆਂ ਚਲਾਈਆਂ। ਸ਼ੂਟਰ ਵੱਲੋਂ ਖੁਦ ਨੂੰ ਕਲਾਸਰੂਮ ਵਿੱਚ ਬੰਦ ਕਰ ਲਿਆ ਗਿਆ ਤੇ ਫਿਰ ਇੱਥੇ ਗੋਲੀਆਂ ਚਲਾਉਣ ਦੀ ਸ਼ੁਰੂਆਤ ਕਰ ਦਿੱਤੀ। ਸੋ ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦੇ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ।